सतनाम श्री वाहिगुरु साहिब जियो। श्लोक महला पहला। मुसलमाना सिफत शरीयत पढ़ पढ़ करह विचार। बंदे से जे पवह विच बंदी वेखण को दीदार। हिंदू सालाहे सालाहन दर्शन रूप अपार। तीर्थ नावह अर्चा पूजा अगरवास बहकार। जोगी सोना त्यावन जेते अलख नाम करतार। सूखम मूरत नाम निरंजन काया का आकार। सतिया मन संतोख उपजै देण कै विचार। दे दे मंगह सहसा गुणा शोभ करे संसार। चोरा जारा तै कूड़ियारा खाराबां विकार। एक होंदा खाए चलह ऐथाऊ तिना पे काई कार। जल थल जिया पुरिया लोआ आकारा आकार। ओए जे आख है सो तू है जान है तिना पे तेरी सार। नानक भगतां भुख सालाहन सच नाम आधार। सदा आनंद रहं दिन राति गुणवंतियां पाशार। नानक भगतां भुख सालाहन सच नाम आधार। सदा आनंद रहं दिन राति गुणवंतियां पाशार। मुसलमाना सिफत शरीयत पढ़ पढ़ करह विचार। वाहिगुरु जी का खालसा वाहिगुरु जी की फतेह। परम सन्मानयोग गुरु खालसा सत संगत जीओ। सतगुरु ने अपार बख्शिश की। आप संगतां तुरकी बाणी दी लड़ीवार कथा सरवण कर रहे हो। इस वेले श्री आसा जी दी वार दे विच कथा चल रही है। ये वार धन गुरु नानक देव महाराज सच्चे पातशाह ने उचारण की। ते कोई श्लोक गुरु अंगद देव महाराज दे भी
ਚੜ੍ਹਾਏ ਗਏ। ਇਸ ਆਸਾ ਜੀ ਦੀ ਵਾਰ ਨੂੰ ਗੁਰੂ ਘਰਾਂ ਦੇ ਵਿੱਚ ਰਾਗੀ ਸਿੰਘ ਹੁਣ ਤੱਕ ਗਾਉਂਦੇ ਚਲੇ ਆ ਰਹੇ ਹਨ। ਇਸ ਵਾਰ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੇਕ ਪੱਖਾਂ ਤੋਂ, ਅਨੇਕਾਂ ਮਤ ਮਤਾਂਤਰਾਂ ਤੋਂ ਬਹੁਤ ਭਰਪੂਰ ਜਾਣਕਾਰੀ ਬਖਸ਼ਿਸ਼ ਕੀਤੀ ਹੈ। 5 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 6ਵੇਂ ਸ਼ਲੋਕ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਵੱਖੋ ਵੱਖਰੇ ਧਰਮਾਂ ਤੇ ਫਿਰਕਿਆਂ ਵਾਲੇ ਲੋਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ, ਉਹਨਾਂ ਦਾ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਜ਼ਿਕਰ ਕੀਤਾ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰਹਿ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਧਰਮਾਂ ਦੀ ਮਤ ਮਤਾਂਤਰਾਂ ਦੀ ਗੱਲ ਕਰਦਿਆਂ ਹੋਇਆਂ ਇਸਲਾਮ ਧਰਮ ਦੀ ਗੱਲ ਕਰਦੇ ਹਨ। ਮੁਸਲਮਾਨਾਂ ਸਿਫਤ ਸ਼ਰੀਅਤ, ਮੁਸਲਮਾਨ ਲੋਕਾਂ ਨੂੰ ਮੁਸਲਮਾਨੀ ਸ਼ਰੀਅਤ ਜੋ ਸ਼ਰਅ ਹੈ, ਮਰਜ਼ਾਦਾ ਹੈ, ਉਹਦੇ ਅਨੁਸਾਰ ਹੀ ਉਸ ਖੁਦਾ ਦੀ, ਅੱਲਾਹ ਤਾਲਾ ਦੀ ਸਿਫਤ ਸਲਾਹ ਕਰਨੀ ਚੰਗੀ ਲੱਗਦੀ ਹੈ। ਭਾਵ ਮੁਸਲਮਾਨ ਲੋਕ ਸ਼ਰਅ ਦੇ ਮੁਤਾਬਕ ਉਸ ਖੁਦਾ ਦੀ ਬੰਦਗੀ ਕਰਦੇ ਹਨ ਤੇ ਉਹਨਾਂ ਨੂੰ ਉਹੀ ਚੰਗਾ ਲੱਗਦਾ ਹੈ। ਪੜ ਪੜ ਕਰਹਿ ਵਿਚਾਰ, ਉਹ ਆਪਣੇ ਧਰਮ ਗ੍ਰੰਥਾਂ ਨੂੰ, ਜਿਵੇਂ ਮੁਸਲਮਾਨਾਂ ਦਾ ਪਾਕ ਗ੍ਰੰਥ ਕੁਰਾਨ ਸ਼ਰੀਫ ਹੈ, ਉਹਨੂੰ ਪੜ ਪੜ ਕੇ ਅੱਗੇ ਉਸ ਦੀ ਵਿਚਾਰ ਕਰਦੇ ਹਨ। ਬੰਦੇ ਸੇਜ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਪਰ ਹਜ਼ੂਰ ਕਹਿੰਦੇ ਨੇ ਅਸਲੀ ਰੱਬ ਦੇ ਬੰਦੇ ਉਹੀ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਵਿੱਚ ਪੈ ਜਾਂਦੇ ਨੇ। ਬੰਦੀ ਦਾ ਅਰਥ ਕੈਦ ਹੈ, ਬੰਦੀ ਦਾ ਅਰਥ ਗੁਲਾਮੀ ਹੈ। ਇੱਥੇ ਬੰਦੀ ਤੋਂ ਮੁਰਾਦ ਹੈ ਵਾਹਿਗੁਰੂ ਦੀ ਮਰਜ਼ਾਦਾ, ਉਸ ਪ੍ਰਭੂ ਦੀ ਸ਼ਰਨ। ਬੰਦੇ ਸੇਜ ਪਵਹਿ ਵਿੱਚ ਬੰਦੀ, ਅਸਲੀ ਰੱਬ ਦੇ ਬੰਦੇ ਉਹੀ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਮਰਜ਼ਾਦਾ ਵਿੱਚ ਪੈ ਜਾਂਦੇ ਨੇ, ਅਥਵਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ। ਵੇਖਣ ਕਉ ਦੀਦਾਰ, ਤੇ ਉਸ ਖੁਦਾ ਦਾ ਦੀਦਾਰ ਦੇਖਣ ਵਾਸਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਤੇ ਉਹਦੀ ਮਰਜ਼ਾਦਾ ਵਿੱਚ ਚੱਲ ਪੈਂਦੇ ਨੇ, ਉਹੀ ਅਸਲੀ ਰੱਬ ਦੇ ਬੰਦੇ ਸਦਵਾ ਸਕਦੇ ਹਨ। ਕੁਛ ਵਿਦਵਾਨਾਂ ਨੇ ਬੰਦੀ ਦਾ ਅਰਥ ਬੰਦਗੀ ਵੀ ਕੀਤਾ। ਬੰਦੇ ਸੇਜੇ ਪਵਹਿ ਵਿੱਚ ਬੰਦੀ, ਬੰਦੇ ਬੰਦਗੀ ਇਖਤਿਆਰ। ਬੰਦੇ ਉਹ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦੀ ਦਾ ਅਰਥ ਬੰਦਗੀ ਵਿੱਚ ਪੈ ਜਾਂਦੇ ਹਨ। ਵੇਖਣ ਕਉ ਦੀਦਾਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰਨ ਵਾਸਤੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਪੈ ਜਾਂਦੇ ਨੇ, ਉਹੀ ਅਸਲੀ ਰੱਬ ਦੇ ਬੰਦੇ ਸਦਵਾ ਸਕਦੇ ਹਨ। ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਨੰਬਰ ਤੇ ਹੁਣ ਹਿੰਦੂਆਂ ਦੀ ਗੱਲ ਕਰਦੇ ਹਨ।
ਹਿੰਦੂ ਲੋਕ ਸਾਲਾਹੀ ਸਾਲਾਹਨ, ਸਲਾਹੁਣ ਯੋਗ ਪ੍ਰਮਾਤਮਾ ਨੂੰ ਸਲਾਹੁੰਦੇ ਨੇ। ਪਰ ਕਿਸ ਰੂਪ ਦੇ ਵਿੱਚ ਸਲਾਹੁੰਦੇ ਹਨ? ਦਰਸ਼ਨ ਰੂਪ ਅਪਾਰ, ਅਨੇਕਾਂ ਦਰਸ਼ਨਾਂ ਦੇ ਰੂਪ ਦੇ ਵਿੱਚ ਤੇ ਅਨੇਕਾਂ ਪ੍ਰਕਾਰ ਦੇ ਰੂਪਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਕੇ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁੰਦੇ ਨੇ। ਕਿਉਂਕਿ ਜਿਹੜੇ ਹਿੰਦੂ ਲੋਕ ਨੇ ਉਹਨਾਂ ਦਾ ਇੱਕ ਪਰਮਾਤਮਾ ਤੇ ਵਿਸ਼ਵਾਸ ਨਹੀਂ ਹੈ, ਬਲਕਿ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਤੇ ਉਪਾਸਨਾ ਕਰਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਿੰਦੂ ਲੋਕ ਵੀ ਉਸ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੁੰਦੇ ਹਨ, ਪਰ ਉਹਨਾਂ ਦੇ ਸਲਾਹੁਣ ਦਾ ਤਰੀਕਾ ਬਿਲਕੁਲ ਵੱਖਰਾ ਹੈ। ਦਰਸ਼ਨ ਰੂਪ ਅਪਾਰ, ਉਹ ਅਨੇਕਾਂ ਦਰਸ਼ਨਾਂ ਦੇ ਰੂਪ ਦੇ ਵਿੱਚ ਤੇ ਅਨੇਕਾਂ ਰੂਪਾਂ ਦੇ ਵਿੱਚ, ਭਾਵ ਜਿਹੜੇ ਅਨੇਕਾਂ ਦੇਵੀ ਦੇਵਤੇ ਨੇ ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਸਰੂਪ ਨੇ ਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਦਰਸ਼ਨ ਨੇ, ਦੀਦਾਰ ਨੇ। ਉਸ ਪਰਮਾਤਮਾ ਨੂੰ ਅਨੇਕਾਂ ਦੇਵੀ ਦੇਵਤਿਆਂ ਦੇ ਰੂਪਾਂ ਦੇ ਵਿੱਚ ਤੇ ਅਨੇਕਾਂ ਦਰਸ਼ਨਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਜਿਹੜੇ ਹਿੰਦੂ ਲੋਕ ਨੇ ਉਹ ਦਰਸ਼ਨ ਦਾ ਅਰਥ ਹੈ ਸ਼ਾਸਤਰ। ਉਹ ਆਪਣੇ ਧਰਮ ਸ਼ਾਸਤਰ ਦੁਆਰਾ, ਭਾਵ ਵੇਦਾਂ ਸ਼ਾਸਤਰਾਂ ਦੇ ਸਿਧਾਂਤਾਂ ਦੁਆਰਾ ਉਹ ਸਲਾਹੁਣ ਯੋਗ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਤੇ ਰੂਪ ਅਪਾਰ, ਤੇ ਉਸ ਪਰਮਾਤਮਾ ਦੇ ਅਨੇਕਾਂ ਰੂਪ ਮਿਥ ਕੇ ਦੇਵੀ ਦੇਵਤਿਆਂ ਦੀ ਪੂਜਾ ਉਪਾਸਨਾ ਦੇ ਵਿੱਚ ਲੱਗੇ ਰਹਿੰਦੇ ਹਨ। ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ। ਹਿੰਦੂ ਲੋਕ ਤੀਰਥਾਂ ਦੇ ਜਾ ਕੇ ਵੀ ਨਹਾਉਂਦੇ ਨੇ ਤੇ ਅਨੇਕਾਂ ਤਰ੍ਹਾਂ ਦੀ ਮੂਰਤੀਆਂ ਦੀ ਅਰਚਾ ਪੂਜਾ ਵੀ ਕਰਦੇ ਹਨ। ਅਗਰਵਾਸ ਬਹਿਕਾਰ, ਅਗਰ ਦਾ ਅਰਥ ਹੈ ਚੰਦਨ ਦੀ ਵਾਸ਼ਨਾ। ਚੰਦਨ ਦੀ ਵਾਸ਼ਨਾ ਨੂੰ ਵੀ ਬਹਿਕਾਰ ਦਾ ਅਰਥ ਹੈ ਉੱਥੇ ਮਹਿਕਾਉਂਦੇ ਨੇ, ਭਾਵ ਜਦੋਂ ਹਿੰਦੂ ਲੋਕ ਦੇਵੀ ਦੇਵਤਿਆਂ ਦੀ ਪੂਜਾ ਅਰਚਾ ਕਰਦੇ ਹਨ ਉੱਥੇ ਨਾਲ ਚੰਦਨ ਦਾ ਵੀ ਪ੍ਰਯੋਗ ਕਰਦੇ ਨੇ, ਚੰਦਨ ਦਾ ਤਿਲਕ ਵੀ ਲਾਉਂਦੇ ਨੇ, ਚੰਦਨ ਦਾ ਲੇਪ ਵੀ ਕਰਦੇ ਨੇ ਤੇ ਚੰਦਨ ਦਾ ਜੋ ਅਤਰ ਫੁਲੀਲ ਹੈ ਉਹਨੂੰ ਵੀ ਛਿੜਕਦੇ ਹਨ। ਇਸ ਢੰਗ ਦੇ ਨਾਲ ਉਹ ਮੂਰਤੀਆਂ ਦੀ ਪੂਜਾ ਕਰ ਰਹੇ ਹਨ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜਿਹੜੇ ਯੋਗੀ ਲੋਕ ਨੇ, ਯੋਗੀਆਂ ਦਾ ਇੱਕ ਵੱਖਰਾ ਫਿਰਕਾ ਹੈ, ਜਿਹੜੇ ਯੋਗੀ ਲੋਕ ਨੇ ਉਹ ਵੀ ਅਕਾਲ ਪੁਰਖ ਕਰਤਾਰ ਨੂੰ ਧਿਆਉਂਦੇ ਨੇ। ਜੋਗੀ ਸੁਨ ਧਿਆਵਨ ਜੇਤੀ ਅਲਖ ਨਾਮ ਕਰਤਾਰ। ਜਿਹੜੇ ਯੋਗੀ ਲੋਕ ਨੇ ਉਹ ਵੀ ਉਸ ਕਰਤਾਰ ਨੂੰ ਧਿਆਉਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਯੋਗੀ ਲੋਕ ਉਸ ਵਾਹਿਗੁਰੂ ਦੇ ਅਲਖ ਨਾਮ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ। ਅਥਵਾ ਜੋਗੀ ਸੁਨ ਧਿਆਵਨ ਜੇਤੇ, ਜਿਹੜੇ ਯੋਗੀ ਲੋਕ ਨੇ, ਜਿਹੜੇ ਸੁਨ ਦਾ ਅਰਥ ਹੈ ਦਸਵੇਂ ਦੁਆਰ ਦੇ ਵਿੱਚ ਸਮਾਧੀਆਂ ਵੀ ਲਾਉਂਦੇ ਨੇ, ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਲਖ ਨਾਮ ਦੁਆਰਾ ਧਿਆਉਂਦੇ ਨੇ, ਸਿਮਰਦੇ ਨੇ। ਕਿਉਂਕਿ ਜਦੋਂ ਵੀ ਯੋਗੀ ਕਿਸੇ ਦੇ ਘਰ ਜਾਂਦੇ ਨੇ ਕਹਿੰਦੇ ਨੇ ਅਲਖ ਜਗਾਉਂਦੇ ਨੇ। ਅਲਖ ਜਗਾਉਣੀ ਪਰਮੇਸ਼ਰ ਦਾ ਅਲਖ ਨਾਮ ਲੈ ਕੇ ਹੀ ਉਹ ਅੱਗੇ ਅਲਖ ਜਗਾਉਂਦੇ ਨੇ। ਇਹ ਯੋਗੀਆਂ ਦਾ ਨਾਮ ਅਲਖ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਯੋਗੀ ਲੋਕ ਨੇ ਸੁਨ ਦਸਵੇਂ ਦੁਆਰ ਦੇ ਵਿੱਚ ਸਮਾਧੀਆਂ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਲਖ ਨਾਮ ਦੇ ਨਾਲ ਚੇਤੇ ਕਰਦੇ ਹਨ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਯੋਗੀ ਲੋਕ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਬੜਾ ਸੂਖਮ ਸਮਝਦੇ ਨੇ। ਯੋਗੀਆਂ ਦੇ ਮਤ ਅਨੁਸਾਰ ਅੰਗੁਸ਼ਟ ਪ੍ਰਮਾਣ ਇੱਕ ਚੇਤਨ ਦੀ ਲਾਟ ਹੈ ਜਿਸ ਨੂੰ ਉਹ ਰੱਬ ਦਾ ਰੂਪ ਸਮਝਦੇ ਹੈ। ਸੂਖਮ ਮੂਰਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੂਖਮ ਮੂਰਤੀ ਦਾ ਮੰਨਣ ਪੂਜਨ ਕਰਦੇ ਹਨ
ਤੇ ਨਾਮ ਨਿਰੰਜਨ, ਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸਮਝਦੇ ਹੈ। ਕਾਇਆ ਕਾ ਆਕਾਰ, ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਾਇਆ ਦਾ ਆਕਾਰ ਮਿਥ ਕੇ, ਚਾਹੇ ਉਸਨੂੰ ਚੇਤਨ ਦੀ ਲਾਟ ਅੰਗੁਸ਼ਟ ਪ੍ਰਮਾਣ ਸਮਝ ਕੇ, ਇਉਂ ਉਸ ਦੀ ਕਾਇਆ ਦਾ ਆਕਾਰ ਮਿਥ ਕੇ, ਇਸ ਢੰਗ ਦੇ ਨਾਲ ਯੋਗੀ ਲੋਕ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਉਪਾਸਨਾ ਅਤੇ ਹਰ ਤਰ੍ਹਾਂ ਦੀ ਆਰਾਧਨਾ ਕਰਦੇ ਹਨ। ਅਥਵਾ ਸੂਖਮ ਮੂਰਤ, ਯੋਗੀ ਲੋਕ ਇੱਕ ਤਾਂ ਵਾਹਿਗੁਰੂ ਦੀ ਜਿਹੜੀ ਸੂਖਮ ਮੂਰਤੀ ਹੈ ਨਿਰਗੁਣ, ਉਹਦੀ ਪੂਜਾ ਕਰਦੇ ਨੇ, ਤੇ ਇੱਕ ਕਾਇਆ ਕਾ ਆਕਾਰ, ਇੱਕ ਉਸ ਵਾਹਿਗੁਰੂ ਪਰਮੇਸ਼ਰ ਦੀ ਕਾਇਆ ਦਾ ਜੋ ਵਿਰਾਟ ਆਕਾਰ ਹੈ। ਇਹ ਸਾਰਾ ਸੰਸਾਰ ਹੀ, ਇਹ ਵਿਸ਼ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ। ਇਉਂ ਦੂਸਰਾ ਕਾਇਆ ਕਾ ਆਕਾਰ, ਸਾਰੇ ਸੰਸਾਰ ਨੂੰ ਹੀ ਉਸ ਵਾਹਿਗੁਰੂ ਦੀ ਕਾਇਆ ਦਾ ਰੂਪ ਸਮਝ ਕੇ, ਇਸ ਢੰਗ ਦੇ ਨਾਲ ਵੀ ਗੁਰਮੁਖ ਯੋਗੀ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਤੇ ਵਾਹਿਗੁਰੂ ਦੇ ਨਾਮ ਨੂੰ ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ ਮੰਨ ਕੇ ਉਸ ਨਾਮ ਦੁਆਰਾ ਹੀ ਵਾਹਿਗੁਰੂ ਦੀ ਪੂਜਾ ਕਰਦੇ ਹਨ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਹੁਣ ਇੱਥੇ ਤਾਂ ਵੱਖੋ ਵੱਖਰੇ ਮਤਾਂ ਦਾ ਜੋ ਵਾਹਿਗੁਰੂ ਦੀ ਪੂਜਾ ਉਪਾਸਨਾ ਦਾ ਢੰਗ ਸੀ, ਉਹਦੀ ਵਿਚਾਰ ਸਤਿਗੁਰੂ ਮਹਾਰਾਜ ਨੇ ਪੇਸ਼ ਕੀਤੀ। ਹੁਣ ਅੱਗੇ 4 ਕਿਸਮ ਦੇ ਦਾਤਿਆਂ ਦੀ ਗੱਲ ਸਤਿਗੁਰੂ ਮਹਾਰਾਜ ਕਰ ਰਹੇ ਹਨ। ਸਤੀਆਂ ਮਨ ਸੰਤੋਖ ਉਪਜੈ, ਦੁਨੀਆ ਦੇ ਵਿੱਚ ਇੱਕ ਉਹ ਸਤੀਆ ਦਾ ਅਰਥ ਦਾਨੀ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੁੰਦਾ ਹੈ। ਇਹਦਾ ਮਤਲਬ ਇਹ ਹੈ, ਕੁਝ ਦੁਨੀਆ ਵਿੱਚ ਇਹੋ ਜਿਹੇ ਦਾਨੀ ਲੋਕ ਨੇ ਬਈ ਜਿਹੜੇ ਦਾਨ ਦਿੰਦੇ ਹੀ ਦਿੰਦੇ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ। ਤੇ ਦੂਸਰੇ ਉਹ ਦਾਤੇ ਨੇ ਦੇਣਾ ਕੈ ਵਿਚਾਰ, ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ। ਉਹ ਦੂਸਰੀ ਕਿਸਮ ਦੇ ਉਹ ਦਾਤੇ ਹਨ ਜਿਹੜੇ ਇਸ ਵਿਚਾਰ ਦੇ ਵਿੱਚ ਪਏ ਰਹਿੰਦੇ ਨੇ ਬਈ ਜੇ ਸਾਨੂੰ ਰੱਬ ਨੇ ਇੰਨਾ ਲਾਭ ਦਿੱਤਾ, ਅਸੀਂ ਇਹਦੇ ਵਿੱਚੋਂ ਇੰਨਾ ਜਾਂ ਦਸਵੰਧ ਜਾਂ ਕੁਛ ਵੱਧ ਘੱਟ ਉਹ ਅਸੀਂ ਸੇਵਾ ਦੇ ਵਿੱਚ ਲਾ ਦੇਣਾ। ਦੂਸਰੀ ਕਿਸਮ ਦੇ ਉਹ ਦਾਨੀ ਨੇ ਵੀ ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ। ਤੇ ਤੀਸਰੀ ਕਿਸਮ ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰ। ਕਈ ਇਹੋ ਜਿਹੇ ਵੀ ਦਾਤੇ ਨੇ ਜਿਹੜੇ ਦੇ ਕੇ ਤੇ ਸਹਸਾ ਗੁਣਾ ਕੇ 1000 ਗੁਣਾ ਵੀ ਮੰਗੀ ਜਾਂਦੇ ਨੇ। ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਥੋੜੀ ਜੀ ਸੇਵਾ ਕੀਤੀ ਤੇ ਬਹੁਤਾ ਮੰਗਦੇ ਨੇ। ਜਿਵੇਂ ਉਹਨਾਂ ਲੋਕਾਂ ਦੇ ਵਾਸਤੇ ਪੁਰਾਣੀਆਂ ਕਹਾਵਤਾਂ ਬਣੀਆਂ ਹੋਈਆਂ ਨੇ, ਉਹ ਧੇਲੀ ਵਟੇ ਹਵੇਲੀ ਮੰਗਦੇ ਨੇ, ਗੰਢੇ ਵਟੇ ਸੰਡਾ ਭਾਲਦੇ ਨੇ। ਇਹੋ ਜਿਹੇ ਵੀ ਲੋਕ ਨੇ। ਦੇ ਮੰਗੈ ਸਹਸਾ ਗੁਣਾ, ਦੇ ਕੇ 1000 ਗੁਣਾ ਮੰਗਦੇ ਹਨ। ਚੌਥੀ ਕਿਸਮ ਦੇ ਉਹ ਵੀ ਦਾਤੇ ਨੇ ਸੋਭ ਕਰੇ ਸੰਸਾਰ, ਜਿਹੜੇ ਇਹ ਗੱਲ ਆਖਦੇ ਨੇ ਵੀ ਸੰਸਾਰ ਸਾਡੀ ਸੋਭਾ ਕਰੇ। ਆਪਣੀ ਵਡਿਆਈ ਵਾਸਤੇ ਵੀ ਲੋਕ ਦਾਨ ਕਰਦੇ ਨੇ। ਇਹ 4 ਕਿਸਮ ਦੇ ਦਾਤਿਆਂ ਦੀ ਗੱਲ ਹੈ। ਪਹਿਲੇ ਉਹ ਦਾਤੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਲੈਣ ਦੇਣ ਦੀ ਵਡਿਆਈ ਦੀ ਇੱਛਾ ਨਹੀਂ ਹੁੰਦੀ, ਉਹ ਤਾਂ ਉੱਤਮ ਕਿਸਮ ਦੇ ਦਾਤੇ ਨੇ। ਦੂਸਰੇ ਉਹ ਦਾਤੇ ਨੇ ਵੀ ਜਿਹੜਾ ਉਹਨਾਂ ਨੂੰ ਕੁਛ ਲਾਭ ਹੁੰਦਾ ਹੈ ਉਹਦੇ ਵਿੱਚੋਂ ਦਸਵੰਧ ਜਾਂ ਕੁਝ ਹਿੱਸਾ ਉਹ ਅੱਗੇ ਦਾਨ ਕਰਦੇ ਨੇ, ਉਹ ਉਸ ਦੇਣ ਦੀ ਵਿਚਾਰ ਦੇ ਵਿੱਚ ਹੀ ਪਏ ਰਹਿੰਦੇ ਨੇ। ਤੀਸਰੀ ਕਿਸਮ ਦੇ ਉਹ ਮੰਗਤੇ ਨੇ ਜਿਹੜੇ ਦੇ ਕੇ 1000 ਗੁਣਾ ਮੰਗਦੇ ਹਨ। ਤੇ ਚੌਥੀ ਕਿਸਮ ਦੇ ਉਹ ਮੰਗਤੇ ਨੇ ਵੀ ਜਿਹੜੇ ਇਹੀ ਚਾਹੁੰਦੇ ਨੇ ਵੀ ਸੰਸਾਰ ਸਾਡੀ ਸ਼ੋਭਾ ਕਰੇ, ਵਡਿਆਈ ਕਰੇ। ਪਰ ਸਾਰਿਆਂ ਤੋਂ ਪਹਿਲੇ ਦਰਜੇ ਦੇ ਉਹੀ ਦਾਨੀ ਪ੍ਰਵਾਨ ਨੇ ਵੀ ਜਿਹੜੇ ਦੇ ਕੇ ਕੁਛ ਮੰਗਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ ਤੇ ਇਹ ਸਮਝਦੇ ਨੇ ਇਹ ਰੱਬ ਨੇ ਦਿੱਤਾ ਸੀ, ਅਸੀਂ ਅੱਗੇ ਦਾਨ ਕਰ ਦਿੱਤਾ। ਉਹ ਦਾਤੇ ਸਭ ਤੋਂ ਉੱਤਮ ਹਨ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਰਾਬਾਂ ਵੇਕਾਰ। ਲੋ ਹਜ਼ੂਰ ਹੁਣ ਅੱਗੇ 4 ਕਿਸਮ ਦੇ ਦਾਤਿਆਂ ਦਾ ਜ਼ਿਕਰ ਕਰਕੇ ਹੁਣ ਜਿਹੜੇ ਦੁਨੀਆ ਦੇ ਵਿੱਚ ਤਾਮਸੀ ਬਿਰਤੀ ਵਾਲੇ ਲੋਕ ਨੇ,
ਜਿਨ੍ਹਾਂ ਨੂੰ ਕਨਿਸ਼ਟ ਸ਼੍ਰੇਣੀ ਆਪਾਂ ਕਹਿ ਸਕਦੇ ਹਾਂ, ਹੁਣ ਉਹਨਾਂ ਦੀ ਗੱਲ ਕਰਦੇ ਨੇ। ਚੋਰਾਂ ਜਾਰਾਂ, ਕੁਛ ਲੋਕ ਐਸੇ ਵੀ ਨੇ ਜਿਹੜੇ ਚੋਰੀਆਂ ਕਰਦੇ ਨੇ, ਕੁਛ ਐਸੇ ਵੀ ਲੋਕ ਨੇ ਜਿਹੜੇ ਯਾਰੀਆਂ ਲਾਉਂਦੇ ਨੇ, ਵਿਕਾਰ ਵਿਵਚਾਰ ਕਰਦੇ ਹਨ। ਕੁਛ ਐਸੇ ਵੀ ਲੋਕ ਨੇ ਕੂੜਿਆਰਾਂ ਜਿਹੜੇ ਝੂਠ ਬੋਲਦੇ ਨੇ, ਠੱਗੀਆਂ ਮਾਰਦੇ ਨੇ, ਤੇ ਕੁਛ ਐਸੇ ਵੀ ਲੋਕ ਨੇ ਜਿਹੜੇ ਖਰਾਬਾਂ ਬੜੇ ਖਰਾਬ ਨੇ। ਭਾਵ ਜਿਹੜਾ ਕੋਈ ਕਿਸੇ ਨਾਲ ਵਾਅਦਾ ਕਰਕੇ ਮੁੱਕਰ ਜਾਂਦੇ ਨੇ, ਕਿਸੇ ਨਾਲ ਕੋਈ ਠੱਗੀ ਧੋਖਾ ਕਰਦੇ ਨੇ, ਲੋਕ ਉਹਨਾਂ ਨੂੰ ਕਹਿੰਦੇ ਉਹ ਬੜੇ ਖਰਾਬ ਹੈ। ਇਹ ਜਿਹੜੇ ਤਾਮਸੀ ਸ਼੍ਰੇਣੀ ਵਾਲੇ ਲੋਕ ਨੇ, ਵਿਕਾਰ ਤੇ ਜਿਹੜੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ, ਕਾਮ ਕ੍ਰੋਧ ਦੇ ਵਿੱਚ ਫਸੇ ਹੋਏ ਨੇ, ਜਿਹੜੇ ਇਹੋ ਜਿਹੇ ਲੋਕ ਨੇ ਨਾ, ਚੋਰ ਯਾਰ ਕੂੜਿਆਰ ਤੇ ਜਿਹੜੇ ਬੜੇ ਖਰਾਬ ਨੇ ਤੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ। ਇੱਕ ਹੁੰਦਾ ਖਾਏ ਚਲਹਿ ਐਥਾਉ ਤਿਨਾ ਭੇ ਕਾਈ ਕਾਰ। ਇਹ ਜਿਹੜੇ ਲੋਕ ਨੇ ਨਾ ਤਾਮਸੀ ਬਿਰਤੀ ਵਾਲੇ, ਇੱਕ ਹੁੰਦਾ ਖਾਏ ਚਲਹਿ ਐਥਾਉ, ਇਹਨਾਂ ਦੇ ਕੋਲੇ ਜੋ ਪਿਛਲੇ ਪੁੰਨ ਕਰਮਾਂ ਦਾ ਕੋਈ ਮਾੜਾ ਮੋਟਾ ਫਲ ਹੁੰਦਾ ਵੀ ਹੈ ਨਾ, ਐਥਾਉ, ਉਹ ਇਸੇ ਥਾਂ ਹੀ ਖਾ ਕੇ ਚਲੇ ਜਾਂਦੇ ਨੇ। ਭਾਵ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਨੇ, ਔਰ ਉਹ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਕੇ ਇੱਥੋਂ ਚਲੇ ਜਾਂਦੇ ਨੇ, ਪਰ ਅੱਗੇ ਲਈ ਕੋਈ ਕਮਾਈ ਨਹੀਂ ਕਰਦੇ। ਚੋਰ ਯਾਰ ਕੂੜਿਆਰ ਖਰਾਬ ਤੇ ਵਿਕਾਰੀ ਮਨੁੱਖ, ਜਿਹੜਾ ਕੁਛ ਪਿਛਲਾ ਉਹਨਾਂ ਦਾ ਪੁੰਨ ਕਰਮ ਹੁੰਦਾ ਹੈ, ਸ਼ੁਭ ਗੁਣਾਂ ਦਾ ਧਨ ਹੁੰਦਾ, ਇਹਨੂੰ ਇੱਥੇ ਖਾ ਕੇ ਅੱਗੇ ਖਾਲੀ ਹੱਥ ਚਲੇ ਜਾਂਦੇ ਨੇ। ਤਿਨਾ ਪੇ ਕਾਈ ਕਾਰ, ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਕਾਰ ਵੀ ਕੋਈ ਕਾਰ ਹੈ। ਭਾਵ ਉਹਨਾਂ ਦੀ ਕਾਰ ਵਿਅਰਥ ਹੈ। ਬਲਕਿ ਉਹਨਾਂ ਨੂੰ ਇਹ ਚਾਹੀਦਾ ਸੀ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਮਨੁੱਖਾ ਦੇ ਬਖਸ਼ਿਸ਼ ਕੀਤੀ ਸੀ। ਉੱਤਮ ਜਨਮ ਸੋ ਮਾਨਸ ਦੇਹੀ, ਇਸ ਮਨੁੱਖਾ ਦੇਹੀ ਦੇ ਉੱਤਮ ਜਨਮ ਨੂੰ ਪ੍ਰਾਪਤ ਕਰਕੇ ਔਰ ਉਹ ਰੱਬ ਦੀ ਬੰਦਗੀ ਵੀ ਕਰਦੇ, ਸ਼ੁਭ ਕਰਮ ਕਰਦੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ, ਫਿਰ ਤੇ ਉਹਨਾਂ ਦਾ ਜੀਵਨ ਸਫਲ ਹੋਣਾ ਸੀ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਮਨੁੱਖਾ ਦੇ ਪ੍ਰਾਪਤ ਕੀਤੀ ਹੋਈ ਸਫਲਤਾ ਹੁੰਦੀ ਹੈ ਜੇ ਗੁਰੂ ਦੀ ਸੇਵਾ ਕੀਤੀ ਜਾਵੇ ਤੇ ਨਾਲ ਭਗਤੀ ਦੀ ਕਮਾਈ ਕੀਤੀ ਜਾਵੇ। ਨਾ ਗੁਰੂ ਦੀ ਸੇਵਾ ਕੀਤੀ, ਨਾ ਭਗਤੀ ਦੀ ਕਮਾਈ ਕੀਤੀ, ਬਸ ਜੋ ਪਿਛਲਾ ਪੁੰਨ ਕਰਮ ਸੀ ਖਾ ਕੇ ਇੱਥੋਂ ਚਲੇ ਗਏ। ਉਹਨਾਂ ਦੀ ਵੀ ਕਾਰ ਕੋਈ ਕਾਰ ਹੈ। ਭਾਵ ਉਹਨਾਂ ਦੀ ਕੀਤੀ ਕਾਰ ਸਾਰੀ ਵਿਅਰਥ ਹੈ। ਜਲ ਥਲ ਜੀਆਂ ਪੁਰੀਆਂ ਲੋਹਾਂ, ਆਕਾਰਾਂ ਆਕਾਰ। ਲੋ ਹਜ਼ੂਰ ਕਹਿੰਦੇ ਨੇ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਅਨੇਕਾਂ ਪੁਰੀਆਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਜੀਆਂ, ਅਨੇਕਾਂ ਤਰ੍ਹਾਂ ਦੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ। ਕੋਈ ਪਾਣੀਆਂ ਵਿੱਚ ਨੇ, ਕੋਈ ਥਲ ਖੁਸ਼ਕ ਥਾਵਾਂ ਤੇ ਨੇ, ਕਈ ਪੁਰੀਆਂ ਵਿੱਚ ਨੇ ਤੇ ਕਈ ਲੋਕਾਂ ਵਿੱਚ ਨੇ। ਆਕਾਰਾਂ ਆਕਾਰ, ਵੀ ਉਹਨਾਂ ਦੇ ਵੱਖੋ ਵੱਖਰੇ ਆਕਾਰ ਨੇ। ਕਿਸੇ ਦਾ ਰੰਗ ਰੂਪ ਕਿਹੋ ਜਿਹਾ, ਕਿਸੇ ਦਾ ਰੰਗ ਰੂਪ ਕਿਹੋ ਜਿਹਾ ਹੈ। ਓਏ ਜੇ ਆਖੈ ਸੋ ਤੂੰ ਹੈ, ਜਾਣਾ ਹੈ ਤਿਨਾ ਪੇ ਤੇਰੀ ਸਾਰ। ਲੋ ਹਜ਼ੂਰ ਕਹਿੰਦੇ ਨੇ ਓਏ ਜੇ ਆਖੈ, ਉਹ ਜਿਤਨੇ ਵੀ ਜੀਵ ਨੇ, ਓਏ ਜੇ ਆਖੈ, ਉਹ ਜੋ ਕੁਛ ਵੀ ਆਖਦੇ ਨੇ, ਭਾਵ ਜਿੰਨੇ ਜੀਵ ਨੇ ਆਪਣੀ ਬੋਲੀ ਬੋਲਦੇ ਆ, ਚਾਹੇ ਉਹ ਕੁਛ ਵੀ ਆਖਦੇ ਨੇ, ਕਿਸੇ ਵੀ ਬੋਲੀ ਵਿੱਚ ਬੋਲਦੇ ਨੇ, ਸੋ ਤੂੰ ਹੈ ਜਾਣਾ, ਤੂੰ ਉਹਨਾਂ ਦੀ ਖਬਰਸਾਰ ਨੂੰ ਜਾਣਦਾ। ਭਾਵ ਉਹਨਾਂ ਦੀ ਬੋਲੀ ਨੂੰ, ਉਹਨਾਂ ਦੀ ਭਾਵਨਾ ਨੂੰ ਸਮਝਦਾ। ਤਿਨਾਂ ਪੇ ਤੇਰੀ ਸਾਰ, ਪਰ ਉਹਨਾਂ ਨੂੰ ਵੀ ਤੇਰੀ ਸਾਰ ਖਬਰਸਾਰ ਹੈ। ਭਾਵ ਜਿੰਨੇ ਵੀ ਛੋਟੇ ਵੱਡੇ ਜੀਵ ਜੰਤ ਨੇ, ਚਾਹੇ ਪਾਣੀਆਂ ਵਿੱਚ ਨੇ, ਚਾਹੇ ਧਰਤੀ ਉੱਤੇ ਨੇ, ਚਾਹੇ ਹੋਰ ਪੁਰੀਆਂ ਲੋਕਾਂ ਵਿੱਚ ਨੇ, ਤੇ ਉਹ ਜੋ ਵੀ ਆਖਦੇ ਨੇ, ਜੋ ਵੀ ਬੋਲਦੇ ਨੇ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਵੀ ਅਕਸਰ ਰੱਬ ਦਾ ਨਾਮ ਜਪਦੇ ਨੇ। ਉਹ ਜੋ ਵੀ ਕੁਛ ਆਖਦੇ ਨੇ, ਤੂੰ ਉਹਨਾਂ ਦੀ ਅੰਦਰਲੀ ਭਾਵਨਾ ਨੂੰ ਜਾਣਦਾ ਹੈ। ਤਿਨਾਂ ਪੇ ਤੇਰੀ ਸਾਰ, ਤੇ ਉਹਨਾਂ ਨੂੰ ਵੀ ਤੇਰੀ ਖਬਰਸਾਰ ਹੈ। ਨਾਨਕ ਭਗਤਾਂ ਭੁਖ ਸਲਾਹਣ, ਸੱਚ ਨਾਮ ਆਧਾਰ। ਪਰ ਹੇ ਵਾਹਿਗੁਰੂ, ਜਿਹੜੇ ਤੇਰੇ ਭਗਤ ਲੋਕ ਨੇ, ਉਹਨਾਂ ਨੂੰ ਤੇਰੇ ਸਲਾਹੁਣ ਦੀ ਭੁੱਖ ਹੈ। ਉਹ ਹਰ ਵੇਲੇ ਤੇਰੀ ਸਿਫਤ ਸਲਾਹ ਕਰਨਾ ਹੀ ਚਾਹੁੰਦੇ ਨੇ। ਸੱਚ ਨਾਮ ਆਧਾਰ, ਤੇ ਫਿਰ ਉਹਨਾਂ ਨੂੰ ਆਪ ਜੀ ਦੇ ਸੱਚੇ ਨਾਮ ਦਾ ਆਸਰਾ ਹੁੰਦਾ ਹੈ।
ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਰਾਤ ਦਿਨ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਦੀ ਭੁੱਖ ਹੈ, ਸੱਚੇ ਨਾਮ ਦਾ ਆਸਰਾ ਹੈ। ਉਹ ਮਹਾਂਪੁਰਖ ਗੁਰਮੁਖ ਪਿਆਰੇ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ। ਗੁਣਵੰਤਿਆਂ ਪਾਸ਼ਾਰ, ਹਜ਼ੂਰ ਕਹਿੰਦੇ ਭਾਈ ਐਸੇ ਗੁਣਾਂ ਵਾਲੇ ਮਹਾਂਪੁਰਖਾਂ ਦੇ ਪਾਸ਼ਾਰ ਅਸੀਂ ਪੈਰਾਂ ਦੀ ਧੂੜ ਹਾਂ, ਭਾਵ ਉਹਨਾਂ ਦੇ ਪ੍ਰਤੀ ਬੜੀ ਨਿਮਰਤਾ ਤੇ ਭਾਵਨਾ ਤੇ ਸਤਿਕਾਰ ਦਿੱਤਾ ਹੈ। ਐਸੇ ਜਿਹੜੇ ਦੈਵੀ ਗੁਣਾਂ ਵਾਲੇ ਮਹਾਂਪੁਰਖ ਨੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਸ਼ਲੋਕ ਦੇ ਅੰਦਰ ਇਹ ਦੂਸਰਾ ਸ਼ਲੋਕ ਉਚਾਰਨ ਕਰਦੇ ਹਨ। ਮੁਸਲਮਾਨ ਧਰਮ ਦੇ ਵਿੱਚ ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ ਤੇ ਉਸ ਦਾ ਸੰਸਕਾਰ ਨਹੀਂ ਕੀਤਾ ਜਾਂਦਾ ਔਰ ਉਸ ਨੂੰ ਮਿੱਟੀ ਵਿੱਚ ਕਬਰ ਦੇ ਵਿੱਚ ਦਫਨਾਇਆ ਜਾਂਦਾ। ਔਰ ਉਹਨਾਂ ਦਾ ਖਿਆਲ ਇਹ ਵੀ ਹੈ ਜਿਹੜੇ ਹਿੰਦੂ ਲੋਕ ਨੇ ਉਹ ਕਾਫਰ ਨੇ ਔਰ ਉਹ ਇੱਥੇ ਵੀ ਅੱਗ ਵਿੱਚ ਸੜਦੇ ਨੇ, ਅੱਗੇ ਵੀ ਦੋਜ਼ਖ ਦੀ ਅੱਗ ਵਿੱਚ ਪਏ ਸੜਦੇ ਨੇ। ਇਹ ਮੁਸਲਮਾਨਾਂ ਦਾ ਆਪਣਾ ਇੱਕ ਖਿਆਲ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮੁਸਲਮਾਨਾਂ ਦੇ ਇਸ ਮਤ ਦਾ ਖੰਡਨ ਕੀਤਾ ਹੈ, ਜਿਹੜੇ ਇਹ ਕਹਿੰਦੇ ਨੇ ਕੇਵਲ ਹਿੰਦੂਆਂ ਦੀ ਰੂਹ ਹੀ ਇੱਥੇ ਸੜਦੀ ਹੈ ਤੇ ਅੱਗੇ ਵੀ ਉਹੀ ਸੜਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਮੁਸਲਮਾਨ ਵੀ ਸੜਦੇ ਨੇ। ਉਹ ਕਿਵੇਂ ਸੜਦੇ ਨੇ? ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ। ਲਓ ਹਜ਼ੂਰ ਕਹਿੰਦੇ ਜਿਹੜੀ ਮੁਸਲਮਾਨ ਦੀ ਮਿੱਟੀ ਹੈ, ਮਿੱਟੀ ਤੋਂ ਭਾਵ ਦੇਹ, ਜਿਹੜੀ ਮੁਸਲਮਾਨਾਂ ਦੀ ਮਿੱਟੀ ਦੇਹ ਹੈ ਉਹ ਜਦੋਂ ਕਬਰ ਵਿੱਚ ਦਫਨਾਈ ਜਾਂਦੀ ਹੈ ਉਹ ਮਿੱਟੀ ਹੋ ਜਾਂਦੀ ਹੈ। ਮਿੱਟੀ ਮੁਸਲਮਾਨ ਕੀ, ਜਿਹੜੀ ਮੁਸਲਮਾਨ ਦੀ ਦੇਹ ਮਿੱਟੀ ਵਿੱਚ ਦਫਨਾਈ ਹੋਈ ਉਹ ਮਿੱਟੀ ਦਾ ਰੂਪ ਹੋ ਜਾਂਦੀ ਹੈ। ਪੇੜਾ ਪਈ ਘੁਮਿਆਰ, ਫਿਰ ਉਹ ਘੁਮਿਆਰ ਦੇ ਪੇੜੇ ਦੇ ਵਿੱਚ ਪੈ ਜਾਂਦੀ ਹੈ। ਕਿਉਂਕਿ ਜਿਹੜੇ ਘੁਮਿਆਰ ਲੋਕ ਨੇ ਉਹ ਜਿਹੜੀ ਕਬਰਾਂ ਦੀ ਮਿੱਟੀ ਕੁਛ ਚੀਕਣੀ ਹੁੰਦੀ ਹੈ, ਉਹ ਚੀਕਣੀ ਮਿੱਟੀ ਉੱਥੋਂ ਲਿਆ ਕੇ ਤੇ ਅੱਗੇ ਫਿਰ ਉਹ ਭਾਂਡੇ ਕੱਢਦੇ ਨੇ, ਹੋਰ ਬਰਤਨ ਮਿੱਟੀ ਦੇ ਬਣਾਉਂਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਮੁਸਲਮਾਨ ਲੋਕ ਇਹ ਕਹਿੰਦੇ ਨੇ ਵੀ ਹਿੰਦੂਆਂ ਦੀ ਮਿੱਟੀ ਇੱਥੇ ਵੀ ਸੜਦੀ ਹੈ ਤੇ ਅੱਗੇ ਵੀ ਸੜਦੀ ਹੈ, ਪਰ ਹਜ਼ੂਰ ਕਹਿੰਦੇ ਨੇ ਮੁਸਲਮਾਨ ਦੀ ਮਿੱਟੀ ਵੀ ਘੁਮਿਆਰ ਦੇ ਪੇੜੇ ਦੇ ਵਿੱਚ ਪੈ ਜਾਂਦੀ ਹੈ, ਘੁਮਿਆਰ ਦੇ ਟੇਟੇ ਚੜ੍ਹ ਜਾਂਦੀ ਹੈ। ਫਿਰ ਉਹ ਕੀ ਕਰਦਾ ਹੈ? ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹ ਘੁਮਿਆਰ ਭਾਂਡੇ ਘੜ ਕੇ ਤੇ ਨਾਲ ਇੱਟਾਂ ਕੀਆਂ, ਉਸਨੇ ਉਸੇ ਮਿੱਟੀ ਦੀਆਂ ਇੱਟਾਂ ਵੀ ਬਣਾ ਦਿੱਤੀਆਂ ਤੇ ਭਾਂਡੇ ਘੜ ਕੇ ਤੇ ਇੱਟਾਂ ਬਣਾ ਕੇ ਜਦੋਂ ਘੁਮਿਆਰ ਉਹਨਾਂ ਨੂੰ ਆਵੀ ਦੇ ਵਿੱਚ ਪਾਉਂਦਾ ਹੈ ਤੇ ਅੱਗ ਦਿੰਦਾ ਹੈ, ਜਲਦੀ ਕਰੇ ਪੁਕਾਰ। ਉਸ ਵੇਲੇ ਮੁਸਲਮਾਨਾਂ ਦੀ ਮਿੱਟੀ ਵੀ ਉੱਥੇ ਸੜਦੀ ਹੈ ਤੇ ਪੁਕਾਰਾਂ ਕਰਦੀ ਹੈ, ਰੋਂਦੀ ਵੀ ਹੈ। ਤੇ ਨਾਲੇ ਜਦੋਂ ਗਿੱਲੀ ਮਿੱਟੀ ਸੜਦੀ ਹੈ ਨਾ ਤੇ ਉਹਦੇ ਵਿੱਚੋਂ ਛਾਂ ਛਾਂ ਦੀ ਆਵਾਜ਼ ਆਉਂਦੀ ਹੈ ਤੇ ਫਿਰ ਉਹ ਰੋਂਦੀ ਵੀ ਹੈ, ਪੁਕਾਰ ਵੀ ਕਰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਖਿਆਲ ਹੈ ਨਾ ਇੱਥੇ ਇਸ ਲਈ ਪ੍ਰਗਟ ਕੀਤਾ ਹੈ। ਜਿਹੜੇ ਮੁਸਲਮਾਨ ਲੋਕ ਦੂਸਰਿਆਂ ਨੂੰ ਕਾਫਰ ਕਹਿੰਦੇ ਸਨ ਤੇ ਕਹਿੰਦੇ ਨੇ ਵੀ ਕਾਫਰਾਂ ਦੀ ਮਿੱਟੀ ਇੱਥੇ ਵੀ ਸੜਦੀ ਹੈ ਤੇ ਅੱਗੇ ਵੀ ਸੜਦੀ ਹੈ, ਤੇ ਸਤਿਗੁਰੂ ਮਹਾਰਾਜ ਨੇ ਉਹਦਾ ਖੰਡਨ ਕਰ ਦਿੱਤਾ। ਕਹਿੰਦੇ ਮੁਸਲਮਾਨ ਦੀ ਮਿੱਟੀ ਵੀ ਇੱਥੇ ਸੜਦੀ ਹੈ, ਕਿਉਂਕਿ ਮੁਸਲਮਾਨੀ ਜਿਹੜੇ ਧਰਮ ਦੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ, ਤੁਸੀਂ ਇੱਕ ਕਦਮ ਪੁੱਟੋ ਬਾਦਸ਼ਾਹ ਦੀ ਕਬਰ ਤੇ ਟਿਕਦਾ ਹੈ ਤੇ ਦੂਸਰਾ ਕਦਮ ਪੁੱਟੋ ਵਜ਼ੀਰ ਦੀ ਕਬਰ ਦੇ ਉੱਪਰ ਟਿਕਦਾ ਹੈ। ਇੰਨੇ ਬਾਦਸ਼ਾਹ ਤੇ ਵਜ਼ੀਰ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ? ਕਦੋਂ ਦਾ ਸੰਸਾਰ ਬਣਿਆ ਹੋਇਆ, ਹਰ ਮਿੱਟੀ ਦੇ ਕਣ ਕਣ ਦੇ ਵਿੱਚ ਕੋਈ ਨਾ ਕੋਈ ਦੇਹ ਤੇ ਕੋਈ ਨਾ ਕੋਈ ਸਰੀਰ ਵਿੱਚ ਮਿਲਿਆ ਹੋਇਆ। ਤੇ ਮੁਸਲਮਾਨਾਂ ਦਾ ਦੂਸਰਾ ਮਤ ਇਹ ਵੀ ਹੈ, ਉਹ ਕਹਿੰਦੇ ਨੇ ਬਈ ਦੋ ਕਿਸਮ ਦੀ ਸ੍ਰਿਸ਼ਟੀ ਹੈ, ਇੱਕ ਨੂਰੀ ਸ੍ਰਿਸ਼ਟੀ ਹੈ, ਦੂਸਰੀ ਖਾਕੀ ਸ੍ਰਿਸ਼ਟੀ ਹੈ। ਖਾਕੀ ਉਹ ਹੈ ਜੋ ਮਿੱਟੀ ਦੀ ਹੈ। ਤੇ ਮੁਸਲਮਾਨਾਂ ਦਾ ਇਹ ਵੀ ਇੱਕ ਮਤ ਹੈ ਬਈ ਜਿਹੜਾ ਮਨੁੱਖ ਹੈ ਉਹ ਇੱਕੋ ਵਾਰੀ ਹੀ ਮਨੁੱਖ ਜੂਨ ਦੇ ਵਿੱਚ ਆਉਂਦਾ ਹੈ ਤੇ ਦੁਬਾਰਾ ਮੁੜ ਕੇ ਹੋਰ ਕਿਸੇ ਜੂਨ ਦੇ ਵਿੱਚ ਨਹੀਂ ਜਾਂਦਾ। ਮੁਸਲਮਾਨਾਂ ਨੇ ਪੁਨਰ ਜਨਮ ਦੀ ਵਿਵਸਥਾ ਦਾ
ਖੰਡਨ ਕੀਤਾ। ਕਹਿੰਦੇ ਨੇ ਇੱਕੋ ਵਾਰੀ ਬੰਦਾ ਜਨਮ ਲੈਂਦਾ, ਦੁਬਾਰਾ ਜਨਮ ਨਹੀਂ ਲੈ ਸਕਦਾ। ਮੁਸਲਮਾਨੀ ਅਕੀਦੇ ਮੁਤਾਬਕ ਮੁਸਲਮਾਨ ਦੀ ਜਿਹੜੀ ਰੂਹ ਹੈ ਤੇ ਉਹਦਾ ਸਰੀਰ ਹੈ ਉਹ ਮਿੱਟੀ ਵਿੱਚ ਹੀ ਪਿਆ ਰਹਿੰਦਾ। ਤੇ ਜਦੋਂ ਕਿਆਮਤ ਦਾ ਦਿਨ ਆਉਂਦਾ ਹੈ, ਕਹਿੰਦੇ ਉਸ ਵੇਲੇ ਜਿਹੜਾ ਅਜ਼ਰਾਈਲ ਫਰਿਸ਼ਤਾ ਹੈ ਉਹ ਆ ਕੇ ਤੁਰੀ ਨਾਦ ਵਜਾਉਂਦਾ ਹੈ। ਫਿਰ ਸਾਰੀਆਂ ਕਬਰਾਂ, ਸਾਰੀਆਂ ਰੂਹਾਂ ਕਬਰਾਂ ਦੇ ਵਿੱਚੋਂ ਉੱਠਦੀਆਂ ਨੇ। ਇਹ ਮੁਸਲਮਾਨਾਂ ਦਾ ਮਤ ਹੈ ਬਈ ਜਦੋਂ ਕਿਆਮਤ ਦਾ ਦਿਨ ਆਉਂਦਾ ਹੈ ਉਸ ਵੇਲੇ ਇਜ਼ਰਾਈਲ ਫਰਿਸ਼ਤਾ ਆ ਕੇ ਤੁਰੀ ਨਾਦ ਵਜਾਉਂਦਾ ਹੈ, ਫਿਰ ਸਾਰੀਆਂ ਰੂਹਾਂ ਕਬਰਾਂ ਦੇ ਵਿੱਚੋਂ ਉੱਠਦੀਆਂ ਨੇ, ਫਿਰ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ। ਇਹ ਮੁਸਲਮਾਨਾਂ ਦਾ ਮਤ ਹੈ। ਤੇ ਸਤਿਗੁਰੂ ਉਸ ਮੁਸਲਮਾਨੀ ਮਤ ਦੇ ਅਨੁਸਾਰ ਕਹਿੰਦੇ ਨੇ ਤੁਸੀਂ ਇਹ ਮੰਨਦੇ ਹੋ ਨਾ ਬਈ ਜਿਹੜੀ ਮੁਸਲਮਾਨ ਦੀ ਰੂਹ ਹੈ ਮਿੱਟੀ ਵਿੱਚ ਹੁੰਦੀ ਹੈ, ਤੇ ਮੁਸਲਮਾਨ ਦਾ ਸਰੀਰ ਵੀ ਮਿੱਟੀ ਵਿੱਚ ਹੁੰਦਾ ਹੈ ਤੇ ਉਹਦੀ ਰੂਹ ਵੀ ਮਿੱਟੀ ਵਿੱਚ ਹੁੰਦੀ ਹੈ। ਤੇ ਜਦੋਂ ਉਸ ਮਿੱਟੀ ਨੂੰ ਘੁਮਿਆਰ ਲੈ ਕੇ ਗੁੰਨਦਾ ਹੈ, ਭਾਂਡੇ ਘੜਦਾ ਹੈ, ਇੱਟਾਂ ਬਣਾਉਂਦਾ ਹੈ, ਫਿਰ ਉਹਨਾਂ ਨੂੰ ਆਵੇ ਦੇ ਵਿੱਚ ਰੱਖ ਦਿੰਦਾ ਹੈ ਤੇ ਅੱਗ ਝੋਕ ਦਿੰਦਾ ਹੈ। ਤੇ ਜਿਹੜੀ ਮੁਸਲਮਾਨਾਂ ਦੀ ਮਿੱਟੀ ਹੈ ਦੇਹ ਦੀ, ਤੇ ਉਹਨਾਂ ਦੀ ਰੂਹ ਵੀ ਉੱਥੇ ਹੁੰਦੀ ਹੈ, ਉਹ ਵੀ ਉਸ ਵੇਲੇ ਅੱਗ ਵਿੱਚ ਸੜਦੀ ਹੈ ਤੇ ਨਾਲ ਪੁਕਾਰ ਕਰਦੀ ਰੋਂਦੀ ਵੀ ਹੈ। ਜਲ ਜਲ ਰੋਵੈ ਬਪੜੀ, ਚੜ ਚੜ ਪਵਹਿ ਅੰਗਿਆਰ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸੱਚ ਧਰਮ ਦਾ ਪ੍ਰਚਾਰ ਕਰਦੇ ਹਨ। ਜਲ ਜਲ ਰੋਵੈ ਬਪੜੀ, ਜਿਹੜੀ ਮੁਸਲਮਾਨ ਦੀ ਮਿੱਟੀ ਹੈ ਤੇ ਉਹਦੀ ਰੂਹ ਹੈ ਬਈ ਉਹ ਵੀ ਸੜ ਸੜ ਕੇ ਰੋਂਦੀ ਹੈ ਵਿਚਾਰੀ। ਚੜ ਚੜ ਪਵੈ ਅੰਗਿਆਰ, ਤੇ ਜਦੋਂ ਮੁਸਲਮਾਨ ਦੀ ਮਿੱਟੀ ਨੂੰ ਆਵੇ ਦੇ ਵਿੱਚ ਸਾੜਿਆ ਜਾਂਦਾ ਹੈ ਉਹ ਸੜ ਸੜ ਕੇ ਵਿਚਾਰੀ ਰੋਂਦੀ ਹੈ ਤੇ ਨਾਲ ਜਿਹੜੇ ਅੰਗਿਆਰ ਨੇ ਚੜ ਚੜ ਪੈਂਦੇ ਨੇ। ਇਹਦਾ ਮਤਲਬ ਇਹ ਹੈ ਜਦੋਂ ਉਹਨਾਂ ਭਾਂਡਿਆਂ ਨੂੰ ਤੇ ਇੱਟਾਂ ਨੂੰ ਪਕਾਇਆ ਜਾਂਦਾ ਹੈ, ਅੱਗ ਦੇ ਅੰਗਿਆਰ ਮਿੱਟੀ ਦੇ ਨਾਲ ਖਹਿ ਖਹਿ ਕੇ ਹੇਠਾਂ ਨੂੰ ਝੜਦੇ ਨੇ। ਇਹ ਮਾਨੋ ਉਹ ਮੁਸਲਮਾਨਾਂ ਦੀ ਮਿੱਟੀ ਤੇ ਰੂਹ ਰੋਂਦੀ ਹੈ ਤੇ ਉਹਦੇ ਮਾਨੋ ਅੰਸੂ ਡਿੱਗਦੇ ਨੇ। ਇਸ ਢੰਗ ਦੇ ਨਾਲ ਮੁਸਲਮਾਨਾਂ ਦੀ ਵੀ ਰੂਹ ਸੜਦੀ ਹੈ।